जी बिस्मिल्लाहिर्रहमानिर्रहीम। दोस्तों की हाल चाल है? ठीक ठाक हो? ਤੁਹਾਨੂੰ ਸਾਰਿਆਂ ਨੂੰ ਜਨਾਬ ਇਨਫੋਰਮੇਸ਼ਨ ਐਂਡ ਹਿਸਟਰੀ ਟੀਵੀ ਤੇ ਖੁਸ਼ ਆਮਦੇਦ। ਤੇ ਅੱਜ ਦੀ ਵੀਡੀਓ ਥੋੜੀ ਜਿਹੀ ਲੰਮੀ ਹੋਏਗੀ, ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਸ਼ਾਰਟ ਤੋਂ ਸ਼ਾਰਟ ਟਾਈਮ ਦੇ ਵਿੱਚ ਇਹਨੂੰ ਕੰਪਲੀਟ ਕਰਾਂ। ਤੇ ਜਿਹੜੇ ਮੇਰੇ ਨਵੇਂ ਆਉਣ ਵਾਲੇ ਦੋਸਤ ਨੇ ਉਹ ਥੱਲੇ ਆ ਸਬਸਕ੍ਰਾਈਬ ਦਾ ਬਟਨ ਜਿਹੜਾ ਕਲਿੱਕ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਕਿ ਨਾਲ ਬੈਲ ਦਾ ਬਟਨ ਦਬਾ ਲਓ, ਤਾਂ ਕਿ ਤੁਹਾਨੂੰ ਹਰ ਆਉਣ ਵਾਲੀ ਵੀਡੀਓ ਦਾ ਪਤਾ ਚੱਲੇ ਤੇ ਤੁਸੀਂ ਮੇਰੇ ਨਾਲ ਰਾਬਤੇ 'ਚ ਰਹਿ ਜਾਓ ਤੇ ਸਾਨੂੰ ਤੁਹਾਡੀ ਮਾਲੂਮਾਤ 'ਚ ਇਜ਼ਾਫਾ ਹੋ ਸਕੇ, ਤੁਹਾਨੂੰ ਨਵੀਂ ਤੋਂ ਨਵੀਂ ਤਾਰੀਖ ਦੇ ਵਾਲੇ ਨਾਲ ਵੀਡੀਓ ਮਿਲ ਸਕੇ। ਦੋਸਤੋ, ਮੈਂ ਤਾਰੀਖ ਦੇ ਉਹ ਮੰਜ਼ਰ ਮੁਗਲਾਂ ਦੀ ਹੋ ਗਈ, ਇੱਧਰ ਦੀ ਹੋ ਗਈ, ਉੱਧਰ ਦੀ ਹੋ ਗਈ, ਜਿਹੜੀ ਅੱਗੇ ਕਾਮਨ ਹੈ, ਮੈਂ ਕੋਸ਼ਿਸ਼ ਕਰਨਾ ਕਿ ਉਸ ਤੋਂ ਹਟ ਕੇ ਮੈਂ ਉਹ ਤਾਰੀਖ ਤੁਹਾਡੇ ਕੋਲ ਲੈ ਕੇ ਆਵਾਂ ਜਿਹੜੀ ਕਿ ਤੁਹਾਨੂੰ ਆਲਰੇਡੀ ਨਹੀਂ ਪਤਾ। ਠੀਕ ਹੈ ਜੀ। ਤੇ ਇਹ ਹੁਣ ਦੂਸਰਾ ਪਾਰਟ ਸ਼ੁਰੂ ਕਰਨੇ ਆ ਜੀ। ਸ਼ਹਿਨਸ਼ਾਹ ਦਾਰਾ ਸੂਮ ਜਿਹੜਾ ਕਿ ਈਰਾਨੀ ਆਖਰੀ ਸ਼ਹਿਨਸ਼ਾਹਾਂ ਦੇ ਵਿੱਚ ਸ਼ੁਮਾਰ ਹੁੰਦਾ ਹੈ। ਇਸ ਸਿਕੰਦਰ ਆਜ਼ਮ ਦੇ ਨਾਲ 3 ਵੱਡੀਆਂ ਮਸ਼ਹੂਰ ਜੰਗਾਂ ਲੜੀਆਂ ਤੇ ਉਸ ਤਰ੍ਹਾਂ ਉਹ ਯੂਨਾਨੀਆਂ ਕੋਲੋਂ ਇਹ ਤਿੰਨੇ ਜੰਗਾਂ ਜਿਹੜਾ ਹਾਰ ਗਏ। ਠੀਕ ਹੈ ਜੀ। ਈਰਾਨੀ ਤੇ ਸ਼ਾਮੀ ਦੀ ਮੌਰਖੀਨ ਦੇ ਮੁਤਾਬਕ 3 ਵਾਰ ਸ਼ਿਕਸਤ ਤੋਂ ਬਾਅਦ ਦਾਰਾ ਸੋਮ ਨੇ ਇੱਕ ਹਿੰਦੁਸਤਾਨੀ ਬਾਦਸ਼ਾਹ ਪੂਰ ਬਾਦਸ਼ਾਹ ਜਿਹੜਾ ਪੂਰ ਕਬੀਲਾ ਸੀ ਉਹਦਾ ਬਾਦਸ਼ਾਹ ਕੋਲ ਮਦਦ ਦੀ ਦਰਖਾਸਤ ਦਿੱਤੀ ਤੇ ਮੌਰਖੀਨ ਦੇ ਮੁਤਾਬਕ ਇਹ ਹਿੰਦੁਸਤਾਨੀ ਬਾਦਸ਼ਾਹ ਪੂਰ ਦਰਅਸਲ ਇਹ ਰਾਜਾ ਪੋਰਸ ਸੀ। ਰਾਜਾ ਪੋਰਸ ਨੇ ਦਰਖਾਸਤ ਦਾ ਜਵਾਬ ਫੌਰੀ ਦੇਂਦਿਆਂ ਹੋਇਆਂ ਸ਼ਹਿਨਸ਼ਾਹ ਦਾਰਾ ਨੂੰ ਹਾਥੀਆਂ ਦਾ ਇੱਕ ਦਸਤਾ ਮਦਦ ਵਾਸਤੇ ਭੇਜਿਆ। ਸਿਕੰਦਰ ਆਜ਼ਮ ਦਾਰਾ ਸ਼ਹਿਨਸ਼ਾਹ ਦੀ ਇਹ ਜੰਗੀ ਤਿਆਰੀਆਂ ਦਾ ਸਿਕੰਦਰ ਆਜ਼ਮ ਦਾਰਾ ਸ਼ਹਿਨਸ਼ਾਹ ਦੀ ਇਹਨਾਂ ਜੰਗੀ ਤਿਆਰੀਆਂ ਦਾ ਇਲਮ ਹੋ ਗਿਆ ਤੇ ਉਸ ਤਕਰੀਬਨ 300 ਸਾਲ ਕਬਲ ਮਸੀਹ ਹਜ਼ਰਤ ਈਸਾ अलैहिस्सलाम ਤੋਂ 300 ਸਾਲ ਬਿਫੋਰ ਕ੍ਰਿਸਟ, ਠੀਕ ਹੈ ਜੀ, ਪੂਰੀ ਕੁਵਤ ਦੇ ਨਾਲ ਸ਼ਹਿਨਸ਼ਾਹ ਦਾਰਾ ਦੀ ਫੌਜਾਂ ਤੇ ਹਮਲਾ ਕਰ ਦਿੱਤਾ ਤੇ ਦਾਰਾ ਦੀ ਫੌਜ ਜਿਹੜੀ ਇਸ ਹਮਲੇ ਦਾ ਮੁਕਾਬਲਾ ਨਾ ਕਰ ਸਕੀ। ਸਿਕੰਦਰ ਆਜ਼ਮ ਦਾ ਹਮਲਾ ਕਾਮਯਾਬ ਹੋਇਆ ਤੇ ਉਹਨੇ ਜਿਹੜਾ ਆਪਣਾ ਇਹ ਜੰਗ ਜਿੱਤ ਲਈ, ਹਾਵੀ ਹੋ ਗਿਆ ਸਲਤਨਤ ਈਰਾਨ ਤੇ ਇਸ ਜੰਗ ਦੇ ਦੌਰਾਨ ਸ਼ਹਿਨਸ਼ਾਹ ਦਾਰਾ ਜਿਹੜਾ ਆਖਰੀ ਈਰਾਨੀ ਸਲਤਨਤ ਦਾ ਸ਼ਹਿਨਸ਼ਾਹ ਸੀ ਉਹ ਮਾਰਾ ਗਿਆ। ਠੀਕ ਹੈ ਜੀ। ਤੇ ਇਸ ਤਰ੍ਹਾਂ ਈਰਾਨੀ ਸਲਤਨਤ ਦਾ ਮੁਕੰਮਲ ਖਾਤਮਾ ਹੋ ਗਿਆ। ਈਰਾਨੀ ਮੌਰਖੀਨ ਦੇ ਮੁਤਾਬਕ ਕਿਉਂਕਿ ਰਾਜਾ ਪੋਰਸ ਨੇ ਸ਼ਹਿਨਸ਼ਾਹ ਦਾਰਾ ਦੀ ਮਦਦ ਕੀਤੀ ਸੀ ਤੇ ਇਸ ਲਈ ਸਿਕੰਦਰ ਆਜ਼ਮ ਨੇ ਈਰਾਨੀਆਂ ਨੂੰ ਕੁਚਲਣ ਤੋਂ ਬਾਅਦ ਇਹ ਅਹਿਦ ਕਰ ਲਿਆ ਕਿ ਉਹ ਅਗਾਂਹ ਮਜ਼ੀਦ ਹਿੰਦੁਸਤਾਨ 'ਤੇ ਚੜ੍ਹਾਈ ਕਰੇਗਾ। ਤੇ ਦੋਸਤੋ, ਫਤਿਹ ਆਲਮ ਸਿਕੰਦਰ ਆਜ਼ਮ ਜਿਹੜਾ ਇਸ ਵਕਤ ਈਰਾਨ ਮਾਰ ਕੇ ਤੇ ਇਰਾਕ ਤੇ ਮੁਕੰਮਲ ਆਪਣਾ ਤਸੱਲਤ ਜਮਾ ਚੁੱਕਿਆ ਸੀ, ਯਾਨੀ ਕਿ ਮੁਕੰਮਲ ਕਾਬਜ਼ ਹੋ ਚੁੱਕਿਆ ਸੀ। ਦੋਵੇਂ ਈਰਾਨ ਤੇ ਇਰਾਕ ਉਹਨੇ ਫਤਹ ਕਰ ਲਿਆ ਸਨ। ਹਿੰਦੁਸਤਾਨ ਤੇ ਕਬਜ਼ਾ ਕਰਨ ਦੇ ਗਰਜ਼ ਨਾਲ ਉਹ 327 ਕਬਲ ਮਸੀਹ ਆਪਣੀਆਂ ਫੌਜਾਂ ਨੂੰ ਲੈ ਕੇ ਅੱਗੇ ਵੱਧਦਿਆਂ ਹੋਇਆਂ, ਠੀਕ ਹੈ ਜੀ, ਇਹ ਦਰਾ ਖੈਬਰ ਨੂੰ ਜਿਹੜਾ ਕਿ ਅੱਜ ਕੱਲ੍ਹ ਸਾਡਾ KPK ਦੇ ਵਿੱਚ ਦਰਾ ਖੈਬਰ ਹੈ, ਉਹਦੇ ਵਿੱਚੋਂ ਉਹ ਜਨਾਬ ਪੰਜਾਬ ਵਿੱਚ ਦਾਖਲ ਹੋਇਆ, ਹਿੰਦੁਸਤਾਨ ਵਿੱਚ ਦਾਖਲ ਹੋਇਆ, ਅੱਗੇ ਪਹੁੰਚਿਆ ਤੇ ਜਨਾਬ ਉਹਨੇ ਟੈਕਸਲਾ ਸ਼ਹਿਰ ਜਿਹੜਾ ਇਸਲਾਮਾਬਾਦ ਦੇ ਨਾਲ, ਉੱਥੇ ਆ ਕੇ ਪੜਾਅ ਡਾਲਿਆ। ਰਾਜਾ ਪੋਰਸ ਦੀ ਹਮਸਾਇਆ ਰਿਆਸਤ ਦਾ ਰਾਜਾ ਅੰਬੀ ਜਿਹੜਾ ਕਿ ਪਹਿਲੇ ਹੀ ਰਾਜਾ ਪੋਰਸ ਦਾ ਦੁਸ਼ਮਣ ਸੀ ਤੇ ਉਹ ਸਿਕੰਦਰ ਨੂੰ ਆਪਣੀ ਮਦਦ ਦੀ ਯਕੀਨਦਾਨੀ ਕਰਾਉਂਦਿਆਂ ਹੋਇਆਂ ਯੂਨਾਨੀ ਫੌਜ ਨੂੰ ਹਾਥੀਆਂ ਦਾ ਇੱਕ ਦਸਤਾ ਫਰਾਹਮ ਕੀਤਾ। ਯਾਨੀ ਕਿ ਜਿਹੜਾ ਰਾਜਾ ਅੰਬੀ ਸੀ, ਇਹ ਅੰਬੀ ਰਿਆਸਤ ਦਾ ਮਹਾਰਾਜਾ ਜਿਹੜਾ ਕਿ ਸਿਕੰਦਰ ਦਾ ਰਾਜਾ ਪੋਰਸ ਦਾ ਆਲਰੇਡੀ ਦੁਸ਼ਮਣ ਸੀ, ਉਹਨੇ ਸਿਕੰਦਰ ਆਜ਼ਮ ਨੂੰ ਇੱਕ ਹਾਥੀਆਂ ਦਾ ਦਸਤਾ ਮਦਦ ਵਾਸਤੇ ਦਿੱਤਾ ਰਾਜਾ ਪੋਰਸ ਨਾਲ ਜੰਗ ਕਰਨ ਵਾਸਤੇ। ਠੀਕ ਹੈ ਜੀ। ਸਿਕੰਦਰ ਆਜ਼ਮ ਆਪਣੀ ਫੌਜਾਂ ਦੇ ਨਾਲ ਟੈਕਸਲਾ 'ਚ 1 ਮਹੀਨੇ ਤੱਕ ਕਿਆਮ ਕੀਤਾ। ਸਿਕੰਦਰ ਆਜ਼ਮ 1 ਮਹੀਨੇ ਤੱਕ ਪੜਾਅ ਰੱਖਿਆ, ਯਾਨੀ ਕਿ ਦੂਰੋਂ ਆਇਆ ਸੀ, ਫੌਜਾਂ ਥੱਕੀਆਂ ਸਨ, ਫੌਜਾਂ ਨੂੰ ਫਰੈਸ਼ ਕਰਨਾ ਸੀ, ਇਸ ਵਜ੍ਹਾ ਤੋਂ 1 ਮਹੀਨੇ ਤੱਕ ਉਹ ਸਿਕੰਦਰ ਆਜ਼ਮ ਟੈਕਸਲੇ ਦੇ ਮੁਕਾਮ ਤੇ ਬੈਠਾ ਰਿਹਾ। ਇਸ ਦੌਰਾਨ ਸਿਕੰਦਰ ਆਜ਼ਮ ਨੇ ਰਾਜਾ ਪੋਰਸ ਨੂੰ ਅਤਾਤਵਾਦ ਦੇ ਗਰਜ਼ ਵਾਸਤੇ ਇੱਕ ਐਲਚੀ ਭੇਜਿਆ ਤੇ ਇਸ ਮੌਕਾ ਤੇ ਇੱਕ ਯੂਨਾਨੀ ਮੌਰਖ ਲਿਖਦਾ ਹੈ, ਇਹਨੂੰ ਇਸ ਸਾਰੀ ਗੱਲ ਨੂੰ ਬਿਆਨ ਕਰਦਾ ਹੈ ਕਿ ਸਿਕੰਦਰ ਆਜ਼ਮ ਨੇ ਇਹ ਸੋਚ ਕਰ ਕਿ ਦੂਸਰੇ ਬਾਦਸ਼ਾਹਾਂ ਦੀ ਤਰ੍ਹਾਂ ਪੋਰਸ ਦਾ ਨਾਂ ਸੁਣ ਕੇ ਇਹਦੇ ਰੋਬ ਥੱਲੇ ਆ ਜਾਏਗਾ, ਡਰ ਜਾਏਗਾ। ਠੀਕ ਹੈ ਜੀ। ਤੇ
ਉਹ ਆਪਣਾ ਉਹਦੇ ਕੋਲ ਆਪਣਾ ਇੱਕ ਸਫੀਰ ਭੇਜਿਆ ਅਤੇ ਪੈਗਾਮ ਦਿੱਤਾ ਕਿ ਮੇਰੀ ਇਤਾਅਤ ਕਬੂਲ ਕਰਕੇ ਆਪਣੀ ਰਿਆਸਤ ਦੀ ਸਾਰੀਆਂ ਆਪਣੀ ਰਿਆਸਤ ਦੀ ਹੱਦ 'ਤੇ ਆ ਕੇ, ਬਾਉਂਡਰੀ 'ਤੇ ਆ ਕੇ ਮੇਰੇ ਨਾਲ ਮੁਲਾਕਾਤ ਕਰ। ਰਾਜਾ ਪੋਰਸ ਨੇ ਉਹਦਾ ਜਵਾਬ ਕੁਛ ਇਸ ਤਰ੍ਹਾਂ ਦਿੱਤਾ ਕਿ ਹਾਂ, ਮੈਂ ਜ਼ਰੂਰ ਮੁਲਾਕਾਤ ਕਰਾਂਗਾ, ਲੇਕਿਨ ਮੈਦਾਨੇ ਜੰਗ ਦੇ ਵਿੱਚ ਤਲਵਾਰਾਂ ਦੇ ਸਾਏ 'ਚ, ਹਥਿਆਰਾਂ ਦੇ ਨਾਲ। ਠੀਕ ਹੈ ਜੀ। ਸਿਕੰਦਰ ਆਜ਼ਮ ਨੇ ਰਾਜਾ ਪੋਰਸ ਦਾ ਜਵਾਬ ਸੁਣ ਕੇ ਗੁੱਸੇ ਦੇ ਵਿੱਚ ਆ ਕੇ ਆਪਣੀਆਂ ਸਾਰੀਆਂ ਫੌਜਾਂ ਯਕਜਾ ਕਰਕੇ ਜੇਹਲਮ 'ਤੇ ਚੜ੍ਹਾਈ ਕਰ ਦਿੱਤੀ। ਲੇਕਿਨ ਦਰਿਆ ਦੀ ਤੁਗਿਆਨੀ ਨੇ ਦਰਿਆ ਦੀ ਪਾਣੀ ਦਾ ਬਹਾਓ ਤੇਜ਼ ਸੀ ਅਤੇ ਉਹਨੇ ਉਹਦਾ ਰਸਤਾ ਰੋਕ ਲਿਆ ਕਿ ਹੁਣ ਇੱਥੋਂ ਮੈਂ ਅਗਾਂਹ ਨਹੀਂ ਵੱਧ ਸਕਦਾ। ਠੀਕ ਹੈ ਜੀ। ਅਗਰ ਉਹ ਦਰਿਆ ਦੇ ਵਿੱਚ ਉਸ ਜਗ੍ਹਾ ਤੋਂ ਜਿੱਥੇ ਉਹ ਆਹਮਣੇ ਸਾਹਮਣੇ ਦੋਨਾਂ ਫੌਜਾਂ ਆਈਆਂ ਸੀ ਦਰਿਆ ਦੇ ਦੂਸਰੇ ਕਿਨਾਰੇ 'ਤੇ, ਉੱਥੇ ਅਗਰ ਉਹ ਫੌਜ ਐਂਟਰ ਕਰਦਾ ਤਾਂ ਸਿਕੰਦਰ ਆਜ਼ਮ ਦੀ ਸਾਰੀ ਫੌਜ ਡੁੱਬ ਜਾਣੀ ਸੀ। ਸਿਕੰਦਰ ਆਜ਼ਮ ਦਾ ਹਾਲ ਵੀ ਫਰਾਉਣ ਵਾਲਾ ਹੋਣਾ ਸੀ। ਤੇ ਦੂਸਰੀ ਜਾਣਬ ਰਾਜਾ ਪੋਰਸ ਆਪਣੀ ਸਾਰੀ ਫੌਜ ਨੂੰ ਇਕੱਠਿਆ ਕਰਕੇ ਦਰਿਆ ਦੇ ਦੂਸਰੇ ਕਿਨਾਰੇ 'ਤੇ ਖੈਮਾਜ਼ਾਨ ਹੋ ਗਿਆ ਸੀ। ਯਾਨੀ ਕਿ ਉਹਨੇ ਵੀ ਉਹਦੀ ਫੌਜ ਦੇ ਸਾਹਮਣੇ ਹੀ ਦਰਿਆ ਦੇ ਦੂਸਰੇ ਕਿਨਾਰੇ 'ਤੇ ਖੈਮੇ ਲਾ ਲਏ ਸਨ। ਦੋਸਤੋ, ਯੂਨਾਨੀ ਮੌਰਖੀਨ ਦੇ ਮੁਤਾਬਕ ਇਸ ਮਾਰਕੇ ਦੇ ਵਿੱਚ ਰਾਜਾ ਪੋਰਸ ਦੀ ਫੌਜ ਯੂਨਾਨੀਆਂ ਦੀ ਨਿਸਬਤ ਬਹੁਤ ਜ਼ਿਆਦਾ ਵੱਡੀ ਸੀ। ਇੱਕ ਯੂਨਾਨੀ ਮੌਰਖ ਲਿਖਦਾ ਹੈ ਕਿ ਰਾਜਾ ਪੋਰਸ ਦੇ ਕੋਲ ਉਸ ਵਕਤ 50,000 ਪਿਆਦੇ ਯਾਨੀ ਕਿ ਪੈਦਲ ਦਸਤਾ 50,000 ਬੰਦਿਆਂ 'ਤੇ 50,000 ਨਫਰ 'ਤੇ ਮੁਨਹਸਰ ਸੀ, ਅਤੇ 3,000 ਘੋੜਸਵਾਰ ਅਤੇ 1,000 ਬੱਘੀਆਂ, ਉਸ ਤੋਂ ਬਾਅਦ 130 ਹਾਥੀ। ਅਤੇ ਦੂਸਰੀ ਤਰਫ ਸਿਕੰਦਰ ਆਜ਼ਮ ਦੀ ਫੌਜ 15,000 ਪਿਆਦੇ, 500 ਘੋੜਸਵਾਰ ਅਤੇ 86 ਹਾਥੀਆਂ 'ਤੇ ਮੁਸ਼ਤਮਲ ਸੀ, ਅਤੇ ਕਈ ਦਰਜਨ ਮੰਜਨੀਕਾਂ ਵੀ ਸਨ ਉਹਦੇ ਕੋਲ। ਮੰਜਨੀਕਾਂ ਸ਼ਾਇਦ ਕੁਛ ਲੋਕਾਂ ਨੂੰ ਨਾ ਪਤਾ ਹੋਵੇ, ਮੰਜਨੀਕਾਂ ਉਹ ਹਥਿਆਰ ਹੁੰਦਾ ਸੀ ਲੱਕੜੀ ਦਾ ਬਣਿਆ, ਜਿਹੜਾ ਇੱਕ ਗੁਲੇਲ ਦਾ ਕੰਮ ਕਰਦਾ ਸੀ, ਜਿਹਦੇ ਵਿੱਚ ਰੱਸੇ ਲੱਗੇ ਹੁੰਦੇ ਸਨ। ਦੂਸਰੀ ਸਾਈਡ 'ਤੇ ਇਸ ਤਰ੍ਹਾਂ ਡੰਡਾ ਹੁੰਦਾ ਸੀ, ਇਸ ਸਾਈਡ 'ਤੇ ਬਹੁਤ ਜ਼ਿਆਦਾ ਪੱਥਰ ਬੰਨੇ ਹੁੰਦੇ ਸਨ ਇੱਕ ਡੋਡੀ ਦੇ ਵਿੱਚ। ਇਹ ਇੰਝ ਇੱਧਰ ਜਨਾਬ ਇੱਕ ਹਲਕਾ ਜਿਹਾ ਟੱਪ ਟਾਈਪ, ਜਿੱਡਾ ਕੋਈ ਟੱਪ ਹੁੰਦਾ ਇੰਨਾ ਕੁ ਮਤਲਬ ਕੌਲਾ ਜਿਹਾ ਹੁੰਦਾ ਸੀ, ਉਹਦੇ ਵਿੱਚ ਪੱਥਰ ਰੱਖ ਕੇ, ਗੋਲਾ ਰੱਖ ਕੇ ਜਾਂ ਪੱਥਰ ਨੂੰ ਉੱਤੇ ਤੇਲ ਸੱਟ ਕੇ ਅੱਗ ਲਾ ਕੇ ਜਿਸ ਟਾਈਮ ਯਕਦਮ ਇੱਥੋਂ ਰੱਸਾ ਛੱਡਿਆ ਜਾਂਦਾ ਸੀ, ਉਹ ਵਜ਼ਨ ਦੇ ਨਾਲ ਇੰਝ ਘੁੰਮ ਕੇ ਅਤੇ ਇੰਝ ਬੜੀ ਦੂਰ ਤੱਕ ਉਹ ਜਿਹੜਾ ਹੈ ਪੱਥਰ ਨੂੰ ਸੁੱਟਦੀ ਸੀ, ਜਿਹੜਾ ਕਿ ਅੱਗੇ ਜਾ ਕੇ ਕਿਲ੍ਹਿਆਂ ਦੀਆਂ ਦੀਵਾਰਾਂ ਨੂੰ ਵੱਜਦਾ ਸੀ, ਅਤੇ ਕਿਲ੍ਹੇ ਉਹਨਾਂ ਨਾਲ ਕਾਫੀ ਨੁਕਸਾਨ ਹੁੰਦਾ ਸੀ, ਦੀਵਾਰਾਂ ਟੁੱਟਦੀਆਂ ਸਨ, ਜਾਂ ਬੰਦੇ ਆਉਂਦੇ ਅਗਰ ਉੱਤੇ ਡਿੱਗਦਾ ਸੀ ਤਾਂ ਬਹੁਤ ਬੰਦੇ ਮਰ ਜਾਂਦੇ ਸਨ। ਗੋਲ ਪੱਥਰ ਹੁੰਦੇ ਸਨ, ਛੋਟੇ ਵੱਡੇ ਜਿੰਨੇ ਵੀ। ਅਤੇ ਜਿਹਨੂੰ ਨਹੀਂ ਮੰਜਰੀਕ ਦਾ ਪਤਾ, ਜਿਹਨੇ ਨਹੀਂ ਵੇਖੀ, ਉਹ YouTube 'ਤੇ ਜਾਂ ਗੂਗਲ 'ਤੇ ਸਰਚ ਮਾਰ ਲਓ, ਆ ਜਾਏਗੀ ਮੰਜਰੀਕ। ਯੂਨਾਨੀ ਜ਼ਰਾਇਤ ਦੇ ਮੁਤਾਬਕ ਇਹ ਜੰਗ ਜਿਸ ਮੁਕਾਮ 'ਤੇ ਹੋਈ ਸੀ, ਉਹ ਦਰਿਆ ਜੇਹਲਮ ਦੇ ਕਿਨਾਰੇ 'ਤੇ ਇੱਕ ਐਸੀ ਜਗ੍ਹਾ ਸੀ ਜਿਹਨੂੰ ਅੱਜ ਮੋਂਗ ਸ਼ਹਿਰ ਜਿਹੜਾ ਕਸਬਾ, ਜਿਹੜਾ ਕਿ ਜ਼ਿਲ੍ਹਾ ਮੰਡੀ ਬਹੋਦੀਨ ਦੇ ਵਿੱਚ ਮੋਂਗ ਆਉਂਦੇ ਨੇ, ਅਤੇ ਇਹ ਇਲਾਕਾ ਮੌਜੂਦਾ ਪਾਕਿਸਤਾਨ ਦੇ ਜ਼ਿਲ੍ਹਾ ਮੰਡੀ ਬਹੋਦੀਨ ਦਾ ਹਿੱਸਾ ਹੈ। 326 ਕਮਲ ਵਸੀਹ ਵਿੱਚ ਹੋਣ ਵਾਲੀ ਇਸ ਜੰਗ ਦੇ ਵਿੱਚ ਦੋਨੋਂ ਫੌਜਾਂ ਦੇ ਦਰਮਿਆਨ ਦਰਿਆ ਜੇਹਲਮ ਸੀ। ਦੋਨੋਂ ਤਰਫ ਬੇਚੈਨੀ ਸੀ ਕਿ ਹੁਣ ਸਿਕੰਦਰ ਦੇ ਵੀ ਮਤਲਬ ਜਿਹੜੇ ਫੌਜੀ ਸਨ ਉਹਨਾਂ ਨੂੰ ਹਾਥੀਆਂ ਨਾਲ ਲੜਨ ਦਾ ਕੋਈ ਤਜਰਬਾ ਨਹੀਂ ਸੀ, ਅਤੇ ਉਹ ਵੀ ਫਸਟ ਟਾਈਮ ਹਾਥੀ ਵੇਖ ਕੇ ਉਹਨਾਂ ਨੂੰ ਵੀ ਜਿਹੜਾ ਕਿ ਸਮਝ ਨਹੀਂ ਸੀ, ਕਨਫਿਊਜ਼ ਸਨ ਕਿ ਅਸੀਂ ਇਹ ਜੰਗ ਜਿੱਤਾਂਗੇ ਜਾਂ ਨਹੀਂ। ਅਤੇ ਇਹ ਜੰਗ, ਇਹ ਫੌਜ ਨੂੰ ਹਾਥੀਆਂ ਦੇ ਖਿਲਾਫ ਜੰਗ ਲੜਨ ਦਾ ਕੋਈ ਤਜਰਬਾ ਨਹੀਂ। ਦੂਸਰੀ ਜਾਣਬ ਇਹਨੂੰ ਸਿਕੰਦਰ ਆਜ਼ਮ ਨੂੰ ਆਪਣੀ ਮੁਸਲਸਲ ਫਤੂਹਾਤ ਦਾ ਇੱਕ ਨਸ਼ਾ ਵੀ ਸੀ ਕਿ ਜਿੱਥੋਂ ਟੁਰਿਆ ਯੂਨਾਨ ਤੋਂ ਅਤੇ ਸਾਰੇ ਇਲਾਕੇ ਫਤਿਹ ਕਰਦਾ ਆ ਰਿਹਾ, ਅਤੇ ਉਹਦਾ ਮੁਰਾਲ ਬੜਾ ਅੱਪ ਸੀ। ਸਿਕੰਦਰ ਯੂਨਾਨੀ ਕਿਸੇ ਸੂਰਤ ਵੀ ਇੱਥੋਂ ਵਾਪਸ ਨਹੀਂ ਸੀ ਜਾਣ ਨੂੰ ਤਿਆਰ ਨਹੀਂ ਸੀ। ਸਿਕੰਦਰ ਨੇ ਉੱਥੇ ਹੀ ਬੇੜਾ ਤਿਆਰ ਕਰਵਾਇਆ ਅਤੇ ਬਿਲਕੁਲ ਸਾਹਮਣੇ ਦਰਿਆ ਪਾਰ ਕਰਨ ਦੀ ਬਜਾਏ 17 ਮੀਲ ਉਹ ਸ਼ਮਾਲ ਵਾਲੀ ਸਾਈਡ 'ਤੇ ਗਿਆ, ਜਿੱਥੇ ਹੁਣ ਮੰਗਲਾ ਡੈਮ ਮੌਜੂਦ ਹੈ ਸਾਡਾ ਪਾਕਿਸਤਾਨ ਦਾ, ਜੇਹਲਮ ਦੇ ਅੱਗੇ ਨਾਲ ਹੀ ਪਰਲੀ ਸਾਈਡ 'ਤੇ। ਮੰਗਲੇ ਡੈਮ ਦੇ ਕਿਧਰੇ ਕਰੀਬ ਵਾਲੀ ਜਗ੍ਹਾ 'ਤੇ ਨਾ, ਜਾਂ ਉਸੇ ਪੁਆਇੰਟ ਤੋਂ ਜਾਂ ਉਹਦੇ ਸੱਜੇ ਖੱਬਿਓਂ ਉਹਨੇ ਇਹ ਦਰਿਆ ਪਾਰ ਕੀਤਾ। ਇਹ ਮੁਕਾਮ ਰੋੜਨ ਤੋਂ ਬਾਅਦ ਸਿਕੰਦਰ ਆਜ਼ਮ ਨੇ ਕੁਛ ਹਫ਼ਤੇ, ਬਲਕਿ ਉੱਥੇ ਫੌਰੀ ਉਹਨੇ ਦਰਿਆ ਨਹੀਂ ਸੀ ਪਾਰ ਕਰ ਲਿਆ, ਕੁਛ ਹਫ਼ਤੇ ਉੱਥੇ ਇੰਤਜ਼ਾਰ ਕੀਤਾ, ਯਾਨੀ ਕਿ ਉਹ ਚੱਕਰ ਦੇ ਰਿਹਾ ਸੀ ਰਾਜਾ ਪੋਰਸ ਦੀ ਫੌਜ ਨੂੰ ਕਿ ਉਹ ਕਿਸੇ ਤਰੀਕੇ ਮੁਤਮਿਨ ਹੋ ਕੇ, ਈਜ਼ੀ ਹੋ ਕੇ ਬਹਿ ਜਾ, ਢਿੱਲੀ ਹੋ ਜਾ ਅਤੇ ਮੈਂ ਹਮਲਾ ਕਰ ਦੇਵਾਂ। ਅਤੇ ਉਹ ਇੱਕ ਰਾਤ ਬੜੀ ਤੂਫਾਨੀ ਸੀ, ਉਸ ਤੂਫਾਨੀ ਰਾਤ ਹੀ ਉਹਨੇ ਅੰਧੇਰੀ ਬਾਰਿਸ਼ ਆਉਂਦੀ ਸੀ, ਉਸ ਰਾਤ ਉਹਨੇ ਫਿਰ ਦਰਿਆ ਪਾਰ ਕੀਤਾ। ਜਦਕਿ ਦੂਸਰੀ ਤਰਫ ਆਪਣਾ
उस रात वो फिर दरिया उतर गया। दूसरी तरफ राजा पोरस की फौज इनकी मुकम्मल नकलो हरकत पर नज़र रखे हुए सी ते उसके सामने जितों उन्हें जिस दरिया के उतरिया सामने एक दस्ता राजा पोरस की फौज का मौजूद सी जिनकी सरबराही राजा पोरस का बेटा कर रहा सी। ठीक है जी। तो सिकंदर जिस टाइम आमने सामने आईया दोवें फौजा लड़ाई हुई, सिकंदर की फौज जरा ज़्यादा सी, छोटा दस्ता सी ते वो मारिया गया, जिंदे विच राजा पोरस का बेटा भी मारिया गया। तो जिस टाइम राजा पोरस को एक खबर पहुंची तो वह अपना सारा लश्कर लैके इस मुकाम हल वधिया। ठीक है जी। तो दोवें फौजा आमने सामने आन ते घुमसान की लड़ाई हुई। तो जिस टाइम लड़ाई हुई सिकंदर की हाली पूरी फौज जी सी वो दरिया चो बाहर नहीं सी निकली। पिछले साहब उनके रेयर दस्ते जोड़े सन तेल वो हाली विच ही सी। ते इन्होंने जनाब राजा पोरस की फौज ने उन्होंने तीरां ते रख लिया या दरिया चो पानी चो सिर उत्ते कढ़ते सन ते हत्थ उन्होंने थल्ले होंदे सन कि असीं किधर डुब ना जाइए। तीर भी नहीं सी चला सकते, लेकिन उत्तों उन्होंने तीर सिरे च गर्दन सीने च वज जांदा सी। और सामने जिहड़े ने वो अपना हाथी आ गए, जिहड़े हाथी इंदे सन राजा पोरस की फौज दे विच। ते हुण हाथियां नाल उन्होंने लड़न का तजर्बा कोई नहीं सी, हाथियां ने उन्होंने नुकसान किया। फिर राजे सिकंदर आज़म ने फौज में पिछे बुलाया, पिछे बुला के उन्होंने लम्मे लम्मे नेज़े जिहड़े ने वो तैयार किए, नेज़ियां दे उत्ते कपड़े बन के तो उन्होंने अग लाई। जिसले अग ला के उस अग दे लाओ नाल मशालां नाल डराया हाथियां नूं, ते हाथी जिहड़े राजा पोरस दे डर के बुखला के जिस टाइम पिछे दी दौड़े तो अद्धी नालों ज़्यादा फौज अपनी ही कुचल गए, मार गए, जिंदे नाल वो मतलब बहुत ज़्यादा नुकसान हो गया राजा पोरस की फौज का। एक यूनानी मारक लिखता है कि यूनानियों ने हल्के तीरों ते हाथियों ने अपनी ऐसी कारी जरब लगाई कि हाथी जड़े ने बिलबुला उठे थे ताकि मुहावजा के कंट्रोल तो भी बाहर हो गए। तो जख्मी हाथी जिले वापस पलटे तो अपनी ढेर सारी फौज को रोन डालिया तो अद्धी ज़्यादा फौज कुचल दी। दोस्तों ये 8 घंटे की लड़ाई दे जारी रहने लड़ाई दे विच ये ऐसी लड़ाई सी सिकंदर का पलड़ा भारी रहा। पोरस की फौज के 3000 सवार तो 12,000 प्यादे मारे गए तो 9,000 जिहड़े ने वो जंगी कैदी बना ले गए। मुरखीन के मुताबिक सिकंदर आज़म दी फौजां का नुकसान सिर्फ 1000 जानां दा होया। तो पोरस 6.5 फुट का कद का एक उच्चा लम्मा तगड़ा मजबूत जवान सी जड़ा लड़ता रहा, आखिर दी दम तक लड़ता रहा कि वह जख्मी होके तो जिसले डिग्गा तो फिर वो गिरफ्तार हो गया। तो यूनानियों लिखा कि पोरस की फौज जी लड़द्या होया खूब बहादरी का सबूत दिता। सिकंदर आज़म ने सिकंदर आज़म जिस टाइम राजा पोरस को लड़द्या वेख रहा सी तो वह राजा पोरस की बहादरी तो बहुत ज़्यादा मुतासर सी कि ये बंदा मेरे तो डर नहीं रहा, मेरा तो ना ही इन्ना को हो के पिछे सारिया सल्तनतां मैं खत्म कर आया वां ते इन्हां नूं वड्डियां खत्म कर आया, तो ये इन्ना को हो कि मेरे तो डर ही नहीं रहा तो लड़ भी रहा मेरे नाल ते सारी फौज गवान के बावजूद कल्ला भी लड़ रहा है तो जख्मी होकर गिरफ्तार भी होया है। तो हाली भी गिरफ्तारी के बावजूद तलवारां उहदे चार चफेरे सीने ते नेज़े लाए सन तो फिर भी अगे उन्होंने पलट के उन्होंने वार करन नूं आंदा सी राजा पोरस। तो सिकंदर आज़म राजा पोरस की दलेरी बड़ा मुतासर सी। गिरफ्तार होने तो बाद सिकंदर आज़म ने राजा पोरस नूं पुछया कि दस तेरे नाल की सलूक किया जाए। तो राजा पोरस ने एक तरीही जवाब दिता सी। यही चीज़ मेन चीज़ जी पूरी अगर इस स्टोरी के विचों मैंने एक चीज़ अच्छी लगती है तो जी मैंने जुबानी याद भी है कि उनका एक तरीही जवाब सी कि मेरे साथ वही सलूक किया जड़ा एक बादशाह दूसरे बादशाह नाल करता है। तो सिकंदर आज़म मजीद उनकी इस जवान मर्दी की जरूरत तो कायल हो गया तो उन्हें राजा पोरस को सज़ा देने की बजाय रिहा कर दिता, उनकी सल्तनत भी उन्होंने वापस कर दी तो होर इस तो इलावा मजीद इलाके भी उन्होंने दे दिते कि यह भी हुण तू ही जड़ा ना हुकूमत करेगा। तो दोस्तों सिकंदर आज़म पंजाब दे विच बहुत सारिया मुश्किल दरपेश सन, बड़ी उनकी फौज भी थक चुकी सी। तो इस तो बाद सिकंदर आज़म ने फौज को मजीद किसी जंग के लिए सिकंदर आज़म की फौज मजीद किसी जंग के लिए तैयार नहीं सी। तो सिकंदर की फौज ने दरिया सतलज पार करने तो इनकार कर दिया, जिसके बाद सिकंदर आज़म मजबूरन फारस की तरफ लौट गया, वापस उन्होंने जाना पिया। तो चनाचे वो अपने लश्कर नाल लैके ते बलोचिस्तान के रास्ते वो ईरान दे विच दाखिल होया। राजा पोरस के बारे ज़्यादातर मालूमात यूनानी मौरखीन को ही मिली है। तो यह गल काबिल जिक्र है कि किसी अपना
किसी भी मकामी या हिंदुस्तानी मोरख ने सिकंदर आजम की हिंदुस्तान आमद का जिक्र नहीं किया। अगर यूनानी मोरख ये चीज़ ना लिखते तो अज सानू पता ही ना होंदा कि इत्थे सिकंदर आजम भी आया सी या उन्हें भी हिंदुस्तानी इलाकों पर हमला किया। दोस्तों सिकंदर आजम रोजा पोरस की जंग करने तो बाद वापस पलट गया तो क्या जाता है इस बारे कि वापसी उनकी 323 कबल मसीह जे वापसी जाके बाबल के शहर के बाबल के मुकाम पर जाके उनकी सिकंदर आजम की मौत वाक़या होगी। हुण बाबल के बारे तुसीं पुछोगे बाबल या बैबलून, ये बाबल एक कदीम तहजीब सी जिवें मोहनजोदाड़ो ते हड़प्पा सी साडे, ये इराक का शहर सी। ठीक है जी। तो यह भी एक सल्तनत सी जिहड़ी तबाह हो गई, ख़त्म हो गई तो फिर नवें सिरे तो उत्थे आबादियां हुई। इन्हां मैं एक अलहदा व्लॉग बनावांगा, अलहदा वीडियो बाबल के बारे या बाबल की हिस्टरी के बारे तुहानूं दसांगा। ठीक है जी। तो इनकी बाबल जाके उत्थे मौत वाक़या होगी। जबकि दूसरी तरफ राजा पोरस की मौत के मुतलक काफ़ी इख्तलाफ राय पाया जाता है। ज़्यादातर मोरखिन का ख्याल है कि सिकंदर आजम की जंग तो बाद राजा पोरस तो हिंदुस्तान की सारी बकायदा सल्तनत मौर्या के पहले राजा चंद्रगीत मौर्या ने बहुत सारी मुहिमात हिस्सा लिया। तो इन्हों का ख्याल है कि राजा पोरस सिकंदर आजम तो बाद कई साल तक जिंदा रहा। तो जी कि जंगे जेलम तो 9 साल बाद सन 317 कबल मसीह इनू सिकंदर आजम के एक जाननशीन यूनानी जरनैल ने कतल किया राजा पोरस को। एक कदीम ऐदनामे यह भी लिखा है कि राजा पोरस को सिकंदर की वापसी के कुछ ही अरसे बाद जहर दे के मौत के घाट उतार दिया गया। यूनानी मोरखिन के मुताबिक जंगे जेलम में राजा पोरस को शिकस्त हुई, लेकिन कई हिंदुस्तानी मोरखिन इस गल नहीं मनने को तैयार नहीं। इन्हों का कहना है कि सिकंदर आजम जैसा जालम बादशाह इन्ने सारे नुकसानात तकरीबन 1 साल की मुहिम जुई तो बाद राजा पोरस को माफ़ करने तो बाद उन्होंने मजीद जिहड़ा है होर इलाके भी दे दिंदा या रियासत भी दे दिंदा, ये हो नहीं सकता। ठीक। तो ये बात हकीकत के बरक्स लगती है। कुछ मुरखिन का यह भी कहना है कि राजा पोरस के मुतलक सारी तारीख यूनानियों ने लिखी है, इसलिए सिकंदर आजम उन्हें फतेह करार दिता, जबकि असल दे विच सिकंदर आजम को इत्थे राजा पोरस को शिकस्त हुई सी। बहरहाल हकीकत जो भी होवे ये गल साबितशुदा है कि राजा पोरस के नाल होण वाली ये जंग सिकंदर आजम की आखिरी जंग सी। यह चीज़ एक चीज़ नोट करने वाली कि जंगे जेलम राजा सिकंदर आजम की आखिरी जंग सी, क्योंकि उस तो बाद उन्हें इन्नी ताकत हिम्मत ही नहीं सी रह गई। और यह इलाका हिंदुस्तान सारा इनू मशकूर होना चाहिए राजा पोरस का कि जिन्हें सिकंदर आजम को अगे बढ़न तो रोकया, बिल्कुल उस तरह जिस तरह अलाउद्दीन खिलजी ने मंगोलों अपना हिंदुस्तान के मुहिम जोई करन तो रोकया सी। 8 4 5 6 जंगां का तो कैजुअल जिक्र मिलता है ना अलाउद्दीन खिलजी का तो मंगोलों का, तो उस तो बाद भी शायद छोटिया मोटिया हुई होन। तो अलाउद्दीन खिलजी की वजह तो ही मंगोल जोड़े ने वो इधर मशरक लाने की बजाय वो उधर निकल गया अपना मगरब वाल, यूरोप तो मिडल ईस्ट वाल। ठीक है जी। और इधर ना आए। इनकी भी मैं एक पूरी वीडियो अलहदा अलाउद्दीन खिलजी के टॉपिक पर बनावांगा इंशाल्लाह। अगे आके तुसीं मेरे नाल लिंक रहो, वेखते रहो, तो इंशाल्लाह सारी मालूमात तुहानूं देवांगा। दोस्तों राजा पोरस ते सिकंदर आजम की जंग के बारे दे विच मोरखीन का इख्तलाफ तो शायद कभी खत्म नहीं होएगा, लेकिन तुसीं मैनूं सिर्फ ये दसो कि इस कदीम पंजाब के तारीखी ते बहादुर दलेर किरदार की बनाई हुई यह वीडियो तो मेरी रिसर्च तुहानूं कैसी लगी है। दूसरी चीज़ मैं तुहानूं दस देवां कि जिहड़ा राजा पोरस है कुछ चीज़ां सानूं किताबां च नहीं मिलदियां, कुछ चीज़ां सानूं फिर मुख्तलिफ दूसरी किताबां या दूसरे सजाए या इंटरनेट तो सर्च मार के सानूं फिर उनके सारिਆਂ ਨੂੰ पढ़ के तो अपनी एक राय कायम करनी पौंदी है। तो मेरी राय यही है कि राजा पोरस ये जंग जित्तिया सी। जंग सिर्फ वो ही नहीं होंदी कि बंदा मर जाए तो ख़त्म हो जाए, जिन्नी देर तक तुसी मौत भी तुहानूं मतलब साबित कदमी की हालत जाए तो तुसी साबित कदम हो, तुसी लड़ते मरते हो और तुसी वो जंग जितते हो। जंग हार वो ही होंदी है जी कि जिवें इमरान खान साहब बंदे ने कि जी बंदा खुद तस्लीम कर लवे, जी बंदा तस्लीम ना करे लड़द्या लड़द्या मर जाए शहीद हो जाए, वो हार नहीं होंदी। तो दूसरी चीज़ ये कि राजा पोरस ने सिकंदर आजम को इन्ना कमज़ोर कर दिता सी कि वो मजीद जी हिंदुस्तान के चढ़ाई के काबल ही नहीं सी रह गया। इस वजह तो उन्होंने फिर मजबूरन वापस जाना पिया। उन फौजियों भी उन्होंने पता चल गया कि इस तो अगे साड़ी मौत है, तो बेहतर है कि असीं इत्थों वापस चलीए या मतलब बगावत कर दईए। सिकंदर आजम भी उनकी फौज तकरीबन बगावत कर चुकी सी, अगर वो वापस ना जाता तो उन्होंने सिकंदर आजम को इत्थे ही मार देना सी उनके फौजी।
ਲੇਕਿਨ ਉਹਨਾਂ ਸਿਰਫ ਜਿਸ ਟਾਈਮ ਵੇਖਿਆ ਸਿਕੰਦਰ ਆਜ਼ਮ ਨੇ ਇਹ ਚੀਜ਼ ਭਾਂਪ ਲਈ ਕਿ ਮੇਰੇ ਫੌਜ ਬਗਾਵਤ ਕਰਦੀ ਪਈ ਹੈ, ਅਤੇ ਇਸ ਤੋਂ ਪਹਿਲੇ ਕਿ ਮੇਰੇ ਅੱਗੇ ਸਿਰ 'ਚ ਹੈ, ਮੈਂ ਇਹਨਾਂ ਦੇ ਨਾਲ ਲੱਗ ਕੇ ਆਪਣੀ ਕਮਾਂਡ ਇਹਨਾਂ 'ਤੇ ਕਾਬੂ ਰੱਖਦਿਆਂ ਹੋਇਆਂ, ਕੰਟਰੋਲ ਬਰਕਰਾਰ ਰੱਖਦਿਆਂ ਹੋਇਆਂ ਮੈਂ ਇਹਨਾਂ ਨੂੰ ਵਾਪਸ ਲੈ ਜਾਵਾਂ। ਤਾਂ ਇਸ ਤਰ੍ਹਾਂ ਉਹ ਵਾਪਸ ਗਿਆ, ਅਤੇ ਵਾਪਸ ਜਾ ਕੇ ਬਾਬਲ ਸ਼ਹਿਰ ਜਿਹੜਾ ਇਰਾਕ ਦਾ ਇਲਾਕਾ ਹੈ ਇੱਕ, ਉੱਥੇ ਜਾ ਕੇ ਉਹਦੀ ਮੌਤ ਵਾਕਿਆ ਹੋ ਗਈ। ਅਤੇ ਸਿਕੰਦਰ ਆਜ਼ਮ ਉਹ ਹੀਰੋ ਹੈ ਮਗਰਬ ਦਾ ਜਿਹਦੇ 'ਤੇ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਨੇ, ਅਤੇ ਰਾਜਾ ਪੋਰਸ ਜਿਹਨੂੰ ਇਸ ਇਲਾਕੇ 'ਚ ਜਾਣਦਾ ਹੀ ਕੋਈ ਨਹੀਂ। ਠੀਕ ਹੈ ਜੀ। ਅਤੇ ਸਾਨੂੰ ਆਪਣੀ ਤਾਰੀਖ ਫਰੋਲਣ ਦੀ ਜ਼ਰੂਰਤ ਹੈ, ਸਾਨੂੰ ਆਪਣੀ ਤਾਰੀਖ ਵੇਖਣ ਦੀ, ਜਾਣਨ ਦੀ ਜ਼ਰੂਰਤ ਹੈ। ਜਿਹੜੀ ਕੌਮ ਆਪਣੀ ਤਾਰੀਖ ਨਹੀਂ ਜਾਣਦੀ, ਜਿਹੜੀ ਕੌਮ ਆਪਣੀ ਤਾਰੀਖ ਨੂੰ ਜਿਹੜੀ ਇਹ ਭੁਲਾ ਦਿੰਦੀ ਹੈ, ਤਾਰੀਖ ਨੂੰ ਜਿਹੜੀ ਇਹ ਆਪਣਾ ਪਾਸੇ ਪੁਸ਼ਤ ਡਾਲ ਦਿੰਦੀ ਹੈ, ਉਹ ਕੌਮ ਆਪਣਾ ਨਾ ਮੁਸਤਕਬਲ ਬਣਾ ਸਕਦੀ ਹੈ ਅਤੇ ਨਾ ਆਪਣਾ ਹਾਲ ਬਰਕਰਾਰ ਰੱਖ ਸਕਦੀ ਹੈ। ਇਹ ਮੁਸਲਮਾਨ ਕੌਮ ਉਹ ਕੌਮ ਹੈ ਜਿਹਨੇ ਹਜ਼ਾਰਾਂ ਸਾਲ ਇਸ ਇਲਾਕੇ 'ਤੇ, ਹਿੰਦੁਸਤਾਨ 'ਤੇ 1000 ਸਾਲ ਹੁਕੂਮਤ ਕੀਤੀ, ਅਤੇ ਅੱਜ ਅਸੀਂ ਆਪਣੇ ਮੁਲਕ ਦੇ ਵਿੱਚ ਵੀ ਮਹਿਕੂਮ ਹਾਂ। ਅਤੇ ਬਹੁਤ ਸ਼ੁਕਰੀਆ ਵੀਡੀਓ ਵੇਖਣ ਦਾ। ਵੀਡੀਓ ਅੱਛੀ ਲੱਗੇ ਤਾਂ ਬਰਾਏ ਮਿਹਰਬਾਨੀ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ, ਉਹਦੀ ਮੈਨੂੰ ਜ਼ਰੂਰਤ ਹੈ। ਠੀਕ ਹੈ ਜੀ। ਅਤੇ ਤੁਹਾਡੀ ਭਾਈਆਂ ਦੇ ਤਾਮਨ ਦੀ ਜ਼ਰੂਰਤ ਹੈ, ਤੁਸੀਂ ਮੇਰੇ ਚੈਨਲ ਨੂੰ ਪ੍ਰਮੋਟ ਕਰੋ। ਠੀਕ ਹੈ। ਅਤੇ ਇਨਸ਼ਾਅੱਲਾ ਮੈਂ ਤੁਹਾਡੇ ਤੋਂ ਬਿਹਤਰ ਮਜ਼ੀਦ ਅੱਗੇ ਵੀਡੀਓ ਲੈ ਕੇ ਆਉਂਦਾ ਰਹਾਂਗਾ। ਤਾਰੀਖ ਬਹੁਤ ਵੱਡੀ ਹੈ, ਬਹੁਤ ਕਿਰਦਾਰ ਨੇ, ਸਾਰੀ ਵੀਡੀਓ ਤੁਹਾਡੇ ਤੱਕ ਮਾਲੂਮਾਤ ਪਹੁੰਚਾਉਂਦਿਆਂ ਮੇਰੀ 100 ਸਾਲ ਵੀ ਅੱਗੇ ਜ਼ਿੰਦਗੀ ਹੋਵੇ ਤਾਂ ਜ਼ਿੰਦਗੀ ਮੇਰੀ ਖਤਮ ਹੋ ਜਾਏਗੀ, ਲੇਕਿਨ ਤਾਰੀਖ ਜਾਂ ਇਹ ਕਿਰਦਾਰ ਜਾਂ ਇਹ ਰੋਲ ਜਾਂ ਇਹ ਕਹਾਣੀਆਂ ਇਹ ਖਤਮ ਨਹੀਂ ਹੋਣਗੀਆਂ। ਅਤੇ ਬਹੁਤ ਸ਼ੁਕਰੀਆ ਵੀਡੀਓ ਵੇਖਣ ਦਾ, ਵੀਡੀਓ 'ਤੇ ਆਉਣ ਦਾ, ਮੈਨੂੰ ਟਾਈਮ ਦੇਣ ਦਾ। ਖੁਸ਼ ਰਹੋ, ਆਬਾਦ ਰਹੋ। ਅੱਲਾ ਹਾਫਿਜ਼। ਅਸਲਾਮ ਵਾਲੇਕੁਮ।